नਵੇਂ ਰਾਸ਼ਟਰਪਤੀ ਤਾਂ ਨਵੇਂ ਰਾਸ਼ਟਰਪਤੀ ਚੋਣ ਹੋਈ ਸੀਗੀ। ਨਵੇਂ ਰਾਸ਼ਟਰਪਤੀ ਜਿਹੜੇ ਸਾਡੇ ਉਹ ਦ੍ਰੌਪਦੀ ਮੁਰਮੂ ਬਣੇ ਨੇ, ਜਿਨ੍ਹਾਂ ਨੇ ਜਿਹੜੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਹਰਾ ਕੇ ਆਪਣੀ ਜਿੱਤ ਹਾਸਲ ਕੀਤੀ। ਦ੍ਰੌਪਦੀ ਮੁਰਮੂ ਇਸ ਵੇਲੇ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ। ਉਹਨਾਂ ਨੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ ਤੇ ਸਾਡੇ ਜਿਹੜੇ ਪੁਰਾਣੇ ਰਾਸ਼ਟਰਪਤੀ ਸੀ ਰਾਮਨਾਥ ਕੋਵਿੰਦ ਉਹ ਸੇਵਾ ਮੁਕਤ ਹੋ ਚੁੱਕੇ ਨੇ। ਸਧਾਰਨ ਪਰਿਵਾਰ ਚੋਂ ਹੈ। ਇਹ ਦੂਸਰੀ ਔਰਤ ਨੇ ਜਿਨ੍ਹਾਂ ਨੇ ਇਹ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੀ ਸਾਡੇ ਰਾਸ਼ਟਰਪਤੀ ਬਣੇ ਸੀ। ਸਿੱਖ ਸੰਗਤ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਬਾਈਬਲ ਕਲਾਂ ਜਿਹੜਾ ਮੋਰਚਾ ਲਗਾਇਆ ਗਿਆ ਸੀ, ਲਗਾਤਾਰ ਉਹ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਿਹਾ ਤੇ ਹੁਣ ਸਰਕਾਰ ਨੇ ਉਹਨਾਂ ਤੋਂ 6 ਮਹੀਨੇ ਹੋਰ ਅੱਗੇ ਮੰਗੇ। ਉਹਨਾਂ ਦੇ ਰਾਜ ਦੇ ਵਿੱਚ ਇਹ ਘਟਨਾ ਵਾਪਰੀ ਜਿਹਦਾ ਹੁਣ ਤੱਕ ਉਹ ਖਮਿਆਜਾ ਭੁਗਤ ਰਹੇ ਨੇ। ਅੱਜ 3 ਸੀਟਾਂ ਤੇ ਸਿਮਟ ਗਏ। ਤਿੰਨਾਂ ਦੇ ਵਿੱਚੋਂ ਵੀ ਮਨਪ੍ਰੀਤ ਸਿੰਘ ਇਆਲੀ ਪਾਸੇ ਹੋ ਗਏ ਨੇ। ਇੱਕ ਰਿਸ਼ਤੇਦਾਰ ਹੈ ਤੇ ਇੱਕੋ ਹੀ ਐਮਐਲਏ ਆ ਉਹਨਾਂ ਦਾ ਆਪਣਾ ਜਿਹੜਾ ਬਾਹਰੋਂ ਜਿੱਤਿਆ। ਤਿੰਨਾਂ ਦੇ ਵਿੱਚੋਂ ਇੱਕ ਸੀਟ ਹੀ ਉਹਨਾਂ ਦੇ ਹਿੱਸੇ ਆਈ ਹੈ। ਸਿੰਘ ਬੈਂਸ, ਇੱਕ ਕੁਲਤਾਰ ਸਿੰਘ ਸੰਧਮਾ, ਇੱਕ ਹੋਰ ਵਿਧਾਇਕ ਹੈ ਇਹਨਾਂ ਦਾ ਅਮੋਲਕ ਸਿੰਘ। ਇਹ ਲੋਕ ਉੱਥੇ ਗਏ ਸਮਾਂ ਮੰਗਣ ਵਾਸਤੇ, ਪਰ ਉਹਨਾਂ ਨੇ ਇਸ ਤੇ ਇਹਨਾਂ ਨੂੰ ਖੈਰ ਨਹੀਂ ਪਾਈ ਕਿ ਤੁਹਾਡੀਆਂ ਤੇ ਵੀ ਵਿਸ਼ਵਾਸ ਉੱਠਦਾ ਜਾ ਰਿਹਾ। ਜਾਂ ਤਾਂ ਤੁਸੀਂ ਪਹਿਲੀ ਵਾਰੀ ਕਹੇ ਦੇ ਕਿ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ। ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਉਹਨਾਂ ਦਾ ਗ੍ਰਾਫ ਦਿਨ ਪ੍ਰਤੀ ਦਿਨ ਡਿੱਗਦਾ ਜਾ ਰਿਹਾ, ਜਿਸ ਨੂੰ ਉੱਪਰ ਚੱਕਣ ਦੇ ਲਈ ਲਗਾਤਾਰ ਪਾਰਟੀ ਵੱਲੋਂ ਕਈ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਥੇਬੰਦਕ ਢਾਂਚਾ ਸੀਗਾ ਜਿਹੜਾ ਉਹਨਾਂ ਦਾ ਉਹ ਭੰਗ ਕਰ ਦਿੱਤਾ ਹੈ ਤੇ ਲਗਾਤਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਵੀ ਗੱਲ ਚੱਲ ਰਹੀ ਹੈ। 1996 ਦੇ ਵਿੱਚ ਇਹਨਾਂ ਦਾ ਸਮਝੌਤਾ ਹੁੰਦਾ ਸੀ ਬਹੁਜਨ ਸਮਾਜ ਪਾਰਟੀ ਦੇ ਨਾਲ। ਇਹ 13 ਚੋਂ ਪੰਜਾਬ ਦੀਆਂ 11 ਲੋਕ ਸੇਵਾ ਸੀਟਾਂ ਤੇ ਕਾਬਜ਼ ਹੋ ਗਏ ਸੀ। 3 ਬਹੁਜਨ ਸਮਾਜ ਪਾਰਟੀ ਕੋਲੇ ਤੇ 8 ਅਕਾਲੀ ਦਲ ਕੋਲੇ ਆਈਆਂ ਸੀ। ਸਭ ਤੋਂ ਵੱਧ ਕਿ ਸੰਗਰੂਰ ਦੀ ਲੋਕ ਸਭਾ ਆ ਗਈ ਜੀ, ਬਹੁਤ ਵੱਡਾ ਅਸਰ ਪਊਗਾ ਜੇ ਲੀਡਰਸ਼ਿਪ ਤਬਦੀਲ ਕਰ ਦਿਓਗੇ। ਉੱਥੇ ਇਹਨਾਂ ਨੂੰ 44,428 ਵੋਟਾਂ ਪਈਆਂ ਨੇ 9 ਵਿਧਾਨ ਸਭਾ ਹਲਕਿਆਂ 'ਚ, 5ਵੇਂ ਥਾਂ ਤੇ। ਜਿੱਦਣ ਚੋਣਾਂ ਦਾ ਨਤੀਜਾ ਆ ਰਿਹਾ ਸੀ ਤਾਂ ਸਾਨੂੰ ਕਮੈਂਟ ਕੀਤਾ ਲੋਕਾਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਖੋ ਕਿ ਸਕਰੀਨ ਪੁੱਠੀ ਕਰ ਲੇ, ਉਹਦੀ ਪਾਰਟੀ ਦਾ ਨੰਬਰ ਸਭ ਤੋਂ 1 ਨੰਬਰ ਤੇ ਹੋ ਜਾਏਗਾ। ਇਸ ਤਰ੍ਹਾਂ ਦੇ ਤੰਜ ਲੋਕਾਂ ਵੱਲੋਂ ਕੱਸੇ ਕਿ ਜਦੋਂ ਤੁਸੀਂ ਦ੍ਰੌਪਦੀ ਮੁਰਮੂ ਦੀ ਹਮਾਇਤ ਕੀਤੀ ਹੈ, ਭਾਵ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ, ਜੇਪੀ ਨੱਡੇ ਹੋਰਾਂ ਦਾ ਫੋਨ ਆ ਗਿਆ ਤੇ ਇਹ ਜੁੱਤੀਆਂ ਲਾ ਕੇ ਤੁਰ ਪਏ ਤੇ ਉਧਰ ਨੂੰ ਜਾ ਕੇ ਭੁੱਕੇ ਫੜਾ ਆਏ। ਜੇਕਰ ਗੱਲ ਕੀਤੀ ਜਾਵੇ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦਾ ਫਰੀਦਕੋਟ ਦਾ ਹਸਪਤਾਲ ਦਾ ਦੌਰਾ ਤੇ ਉਧਰ ਰਾਜ ਬਹਾਦਰ ਡਾਕਟਰ ਦਾ ਜਿਹੜਾ ਅਸਤੀਫਾ ਉਹ ਵੀ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ। ਉਹ ਜਦੋਂ ਤੋਂ ਸਿਹਤ ਮੰਤਰੀ ਨੇ ਵੱਖ-ਵੱਖ ਹਸਪਤਾਲਾਂ ਦਾ ਤੇ ਹੋਰਾਂ ਦਾ ਸਾਰਿਆਂ ਦਾ ਦੌਰਾ ਕਰਦੇ ਆ ਰਹੇ ਨੇ। ਉਹਨਾਂ ਨੇ ਜਦੋਂ ਇੱਕ ਥਾਂ ਤੇ ਦੌਰਾ ਕੀਤਾ, ਦੂਜੀ ਥਾਂ ਤੇ ਵੀ ਉਹੀ ਕੁਝ ਮਿਲਿਆ, ਤੀਜੀ ਤੇ ਵੀ ਉਹੀ ਮਿਲਿਆ ਤੇ ਫਿਰ ਚੌਥੀ ਤੇ ਵੀ ਉਹੀ ਕੁਝ ਮਿਲਣਾ ਸੀ। ਇਸ ਮਾਮਲੇ ਨੂੰ ਲੈ ਕੇ ਸਾਰੇ ਪਾਸੇ ਅਖੀਰ ਇਹ ਸਾਰੇ ਕੰਮ ਦੇ ਉੱਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਾਫੀ ਮੰਗਣੀ ਪਈ। ਉਹਨਾਂ ਨੇ ਕਿਹਾ ਵੀ ਆ, ਅਪੀਲ ਕੀਤੀ ਹੈ ਡਾਕਟਰ ਰਾਜ ਬਹਾਦਰ ਨੂੰ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ। ਉਹ ਵਾਪਸ ਲੈ, ਇਕੱਲੇ ਉਹਨਾਂ ਨੇ ਨਹੀਂ ਕੀਤਾ, ਕਈ ਹੋਰਾਂ ਨੇ ਵੀ ਅਸਤੀਫਾ ਦੇ ਦਿੱਤਾ। ਬਲਕਿ ਜਦੋਂ ਉਹਨਾਂ ਨੂੰ ਸ਼ੁਰੂ 'ਚ ਹੀ ਹਸਪਤਾਲਾਂ 'ਚ ਹੁਣ ਤਾਈਆਂ ਨਜ਼ਰ ਆਈਆਂ, ਉਹ ਸਾਰੇ ਸਿਵਲ ਸਰਜਨਾਂ ਦੀ ਮੀਟਿੰਗ ਬੁਲਾਉਂਦੇ, ਵਾਈਸ ਚਾਂਸਲਰਾਂ ਦੀ, ਪ੍ਰਿੰਸੀਪਲਾਂ ਦੀ, ਕਾਲਜ ਦਿਆਂ ਦੀ, ਮੈਡੀਕਲ ਨਿਗਰਾਨਾਂ ਦੀ, ਉਹਨਾਂ ਨੂੰ ਮੀਟਿੰਗ ਬੁਲਾ ਕੇ ਪੁੱਛਦੇ ਕਿ ਤੁਹਾਡੇ ਕੀ ਘਾਟਾ ਨੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਪ੍ਰੋਗਰਾਮ ਖਬਰ ਤੋੜ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਹਫ਼ਤਾਭਰ ਖਬਰਾਂ ਦੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੁਗ ਸਾਹਿਬ। ਜੇਕਰ ਗੱਲ ਕੀਤੀ ਜਾਵੇ ਨਵੇਂ ਰਾਸ਼ਟਰਪਤੀ ਦੀ, ਤਾਂ ਨਵੇਂ ਰਾਸ਼ਟਰਪਤੀ ਚੋਣ ਹੋਈ ਸੀਗੀ। ਨਵੇਂ ਰਾਸ਼ਟਰਪਤੀ ਜਿਹੜੇ ਸਾਡੇ ਉਹ ਦ੍ਰੌਪਦੀ ਮੁਰਮੂ ਬਣੇ ਨੇ, ਜਿਨ੍ਹਾਂ ਨੇ ਜਿਹੜੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਹਰਾ ਕੇ ਆਪਣੀ ਜਿੱਤ ਹਾਸਲ ਕੀਤੀ ਹੈ। ਦ੍ਰੌਪਦੀ ਮੁਰਮੂ ਇਸ ਵੇਲੇ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਨੇ। 2 ਉਮੀਦਵਾਰ ਮੁਕਾਬਲੇ ਦੇ ਵਿੱਚ ਸੀ। ਇੱਕ ਦ੍ਰੌਪਦੀ ਮੁਰਮੂ ਹੁਕਮਰਾਨ ਧਿਰ ਵੱਲੋਂ ਤੇ ਵਿਰੋਧੀ ਧਿਰ ਵੱਲੋਂ ਸੀ ਯਸ਼ਵੰਤ ਸਿਨਹਾ। ਉਹਨਾਂ ਨੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ ਤੇ ਸਾਡੇ ਜਿਹੜੇ ਪੁਰਾਣੇ ਰਾਸ਼ਟਰਪਤੀ ਸੀ ਰਾਮਨਾਥ ਕੋਵਿੰਦ ਉਹ ਸੇਵਾ ਮੁਕਤ ਹੋ ਚੁੱਕੇ ਨੇ। ਉਹਨਾਂ ਨੂੰ ਹੁਣ ਜਨਪਥ ਦੇ ਉੱਤੇ 12 ਜਾਂ 14 ਜਨਪਥ ਦੇ ਵਿੱਚ ਬੰਗਲਾ ਅਲਾਟ ਕਰ ਦਿੱਤਾ ਗਿਆ। ਔਰ ਜੋ ਇੱਕ ਸਾਬਕਾ ਰਾਸ਼ਟਰਪਤੀ ਨੂੰ ਸਹੂਲਤਾਂ ਮਿਲਦੀਆਂ ਨੇ
ਉਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਰਹਿਣਗੀਆਂ। ਇਹ ਦ੍ਰੋਪਦੀ ਮੁਰਮੂ ਜਿਹੜੇ ਨੇ ਇਹ ਕਬੀਲਿਆਂ ਦੇ ਵਿੱਚੋਂ ਆਉਂਦੇ ਨੇ, ਇਹਨਾਂ ਨੂੰ ਸਹੁੰ ਚੱਕਣ ਦੀ ਰਸਮ ਹਲਫ ਜਿਹੜਾ ਸੀ ਉਹ ਸਾਡੇ ਸੁਪਰੀਮ ਕੋਰਟ ਦੇ ਮੁੱਖ ਜੱਜ NV ਰਮੰਨਾ ਸਾਹਿਬ ਨੇ ਹਲਫ ਦਵਾਈ। ਉਸ ਵੇਲੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਆਗੂ ਉੱਥੇ ਸੁਸ਼ੋਭਿਤ ਸਨ, ਸਾਬਕਾ ਆਗੂ ਸੁਸ਼ੋਭਿਤ ਸਨ, ਬਹੁਤ ਸਾਰੇ ਰਾਜਾਂ ਦੇ ਅਧਿਕਾਰੀ ਵੀ ਸਿਆਸੀ ਲੋਕ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਇਹ ਅਹੁਦਾ ਸੰਭਾਲ ਲਿਆ ਅਤੇ ਉਮੀਦ ਹੈ ਕਿ ਉਹ ਇਸ ਅਹੁਦੇ 'ਤੇ ਰਹਿੰਦਿਆਂ ਦੇਸ਼ ਦੇ ਵਿੱਚ ਕੋਈ ਨਵੀਆਂ ਪਿਰਤਾਂ ਪਾਉਣ ਦਾ ਯਤਨ ਕਰਨਗੇ। ਇੱਕ ਬੜੇ ਸਧਾਰਨ ਪਰਿਵਾਰ 'ਚੋਂ ਹੈ, ਇਹ ਦੂਸਰੀ ਔਰਤ ਨੇ ਜਿਨ੍ਹਾਂ ਨੇ ਇਹ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੀ ਸਾਡੇ ਰਾਸ਼ਟਰਪਤੀ ਬਣੇ ਸਨ। ਜੀ, ਸਿੱਖ ਸੰਗਤ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਬਾਈਬਲ ਕਲਾਂ ਜਿਹੜਾ ਮੋਰਚਾ ਲਗਾਇਆ ਗਿਆ ਸੀ, ਲਗਾਤਾਰ ਉਹ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਿਹਾ ਅਤੇ ਹੁਣ ਸਰਕਾਰ ਨੇ ਉਹਨਾਂ ਤੋਂ 6 ਮਹੀਨੇ ਹੋਰ ਅੱਗੇ ਮੰਗੇ ਨੇ। ਪੰਗੂ ਸਾਹਿਬ, ਇਹਦੇ ਵਿੱਚ ਅੱਜ 31 ਜੁਲਾਈ ਦਾ ਸਮਾਂ ਜੀ, ਉਹ ਮੋਰਚਾ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ। 2015 1 ਜੂਨ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜੀ ਚੋਰੀ ਹੁੰਦੀ ਹੈ। ਲਲਕਾਰਿਆ ਜਾਂਦਾ ਹੈ ਕਿ ਤੁਹਾਡਾ ਗੁਰੂ ਸਾਡੇ ਕੋਲ ਲੈ ਜਾਓ, ਜੇ ਲਿਜਾਇਆ। ਅਫਸੋਸ ਇਸ ਗੱਲ ਦਾ ਕਿ ਉਦੋਂ ਸਰਕਾਰ ਵੀ ਪੰਥ ਅਖਵਾਉਣ ਵਾਲਿਆਂ ਦੀ ਸੀ, ਜਿਹੜੇ ਆਪਣੇ ਆਪ ਨੂੰ ਪੰਥਕ ਦਾ ਰੁਤਬਾ ਦੇਈ ਬੈਠੇ ਨੇ। ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹ ਕੀ ਨੇ, ਉਹ ਲੋਕਾਂ ਨੂੰ ਪਤਾ ਹੈ। ਲਲਕਾਰਿਆ ਗਿਆ। ਉਹਨਾਂ ਦੇ ਰਾਜ ਦੇ ਵਿੱਚ ਇਹ ਘਟਨਾ ਵਾਪਰੀ ਜਿਹਦਾ ਹੁਣ ਤੱਕ ਉਹ ਖਮਿਆਜਾ ਭੁਗਤ ਰਹੇ ਨੇ। ਅੱਜ 3 ਸੀਟਾਂ 'ਤੇ ਸਿਮਟ ਗਏ। ਤਿੰਨਾਂ ਦੇ ਵਿੱਚੋਂ ਵੀ ਮਨਪ੍ਰੀਤ ਸਿੰਘ ਇਆਲੀ ਪਾਸੇ ਹੋ ਗਏ ਨੇ। ਇੱਕ ਰਿਸ਼ਤੇਦਾਰ ਹੈ ਅਤੇ ਇੱਕੋ ਹੀ MLA ਆ ਉਹਨਾਂ ਦਾ ਆਪਣਾ ਜਿਹੜਾ ਬਾਹਰੋਂ ਜਿੱਤਿਆ। ਇੱਕ ਮਾਝੇ 'ਚੋਂ, ਇੱਕ ਮਾਲਵੇ 'ਚੋਂ, ਇੱਕ ਦੁਆਬੇ 'ਚੋਂ। ਤਿੰਨਾਂ ਦੇ ਵਿੱਚੋਂ ਇੱਕ ਇੱਕ ਸੀਟ ਹੀ ਉਹਨਾਂ ਦੇ ਹਿੱਸੇ ਆਈ ਹੈ। ਸੋ ਅਪ੍ਰੈਲ ਦੇ ਵਿੱਚ ਇਹ ਮੋਰਚੇ ਦੇ ਵਿੱਚ ਮੌਜੂਦਾ ਸਰਕਾਰ ਜਿਹਦੇ ਸੁਪਰੀਮੋ ਇਹ ਕਹਿੰਦੇ ਸੀ ਕਿ ਅਸੀਂ ਇਹ ਜਿਹੜਾ ਇਨਸਾਫ ਹੈ 24 ਘੰਟਿਆਂ 'ਚ ਦਬਾ ਦੇਵਾਂਗੇ। ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਸਹੁੰ ਚੁੱਕਦੀ ਹੈ। ਉਹਨਾਂ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚੋਂ 6 ਅਪ੍ਰੈਲ ਵਾਲੇ ਦਿਨ ਇਸ ਮੋਰਚੇ 'ਤੇ ਕੁਛ ਸਰਕਾਰੀ ਜਿਹੜੀ ਟੀਮ ਆ ਉਹਨਾਂ ਦੇ ਵਕੀਲਾਂ ਦੀ ਉਹ ਪਹੁੰਚਦੀ ਹੈ ਅਤੇ ਉਹ ਮੰਗ ਕਰਦੀ ਹੈ ਕਿ ਸਾਨੂੰ ਨਵੀਂ ਸਰਕਾਰ ਹੈ, ਨਵਾਂ ਪਤਾ ਨਹੀਂ। ਕਈ ਵਾਰੀ ਸਿਆਸੀ ਲੋਕ ਸਟੇਜਾਂ 'ਤੇ ਕੁਛ ਕਹਿੰਦੇ ਨੇ, ਅੰਦਰ ਕੁਛ ਹੋ ਜਾਂਦਾ, ਅਤੇ ਸਾਨੂੰ ਤੁਸੀਂ ਘੱਟੋ ਘੱਟ 3 ਮਹੀਨਿਆਂ ਦਾ ਸਮਾਂ ਦਿਓ। ਉੱਥੇ ਜਿਹੜੇ ਮੋਰਚਾ ਲਾਈ ਬੈਠੇ ਨੇ ਉਹਨਾਂ ਨੇ ਰਾਏ ਕੀਤੀ ਆਪਸ ਵਿੱਚ ਦੀ, ਅਤੇ 3 ਮਹੀਨਿਆਂ ਦਾ ਸਮਾਂ ਉਹਨਾਂ ਨੂੰ ਦੇ ਤਾ। ਇਹ ਪੂਰਾ ਹੁੰਦਾ ਸੀ ਜੁਲਾਈ ਦੇ ਵਿੱਚ ਜਾ ਕੇ, 10 ਜੁਲਾਈ ਤੱਕ ਦਾ ਸਮਾਂ ਸੀ। 9 ਜੁਲਾਈ ਨੂੰ ਜਾਂ 8 ਜੁਲਾਈ ਨੂੰ ਉੱਥੇ ਫੇਰ ਇਹਨਾਂ ਦੀ ਟੀਮ ਗਈ ਵਕੀਲਾਂ ਦੀ। ਉਹਨਾਂ ਨੇ ਜਾ ਕੇ ਫੇਰ ਕਿਹਾ ਕਿ ਸਾਨੂੰ 15 ਦਿਨ ਹੋਰ ਚਾਹੀਦੇ ਨੇ। ਉਹ ਕਹਿੰਦੇ ਜੀ ਲੈ ਲਓ। 25 ਜੁਲਾਈ ਤੱਕ ਦਾ ਸਮਾਂ ਆ ਗਿਆ ਅਤੇ 24 ਜੁਲਾਈ ਨੂੰ ਇਹਨਾਂ ਨੇ ਜਾ ਕੇ ਫੇਰ ਨਵਾਂ ਪ੍ਰਸਤਾਵ ਰੱਖਤਾ, ਸਾਨੂੰ 6 ਮਹੀਨੇ ਦਿੱਤੇ ਜਾਣ। ਅਤੇ ਉਹਨਾਂ ਮੋਰਚੇ ਦੇ ਵਿੱਚ ਜਿਹੜੇ ਬੈਠੇ ਨੇ ਭਾਈ ਸੁਖਰਾਜ ਸਿੰਘ, ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ, ਅਤੇ ਹੋਰ ਜਿਹੜੇ ਵੀ ਪ੍ਰਬੰਧਕ ਉੱਥੇ ਇਹ ਕੰਮ ਚਲਾ ਰਹੇ ਨੇ, ਉਹਨਾਂ ਨੇ ਆਖਿਆ ਆਹ ਕੀ ਹੋ ਜਾ, ਕਦੇ ਜਿਉਂ ਜਾ ਚੜੀਏ ਮਰ ਜਾ ਚੜੀਏ, ਕਦੇ 15 ਦਿਨ, ਫਿਰ ਪਹਿਲਾਂ 3 ਮਹੀਨੇ, ਫਿਰ 15 ਦਿਨ, ਹੁਣ ਇਕੱਠੇ ਹੀ 6 ਮਹੀਨੇ। ਇਹਦਾ ਮਤਲਬ ਇਹਨਾਂ ਤਿਲਾਂ 'ਚ ਤੇਲ ਨਹੀਂ। ਇਹ ਵੀ ਪੁਰਾਣੀਆਂ ਸਰਕਾਰਾਂ ਵਾਂਗੂ ਉਸੇ ਰਸਤੇ ਜਾਣਾ ਚਾਹੁੰਦੇ ਨੇ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਇਹਨਾਂ ਦੇ ਹਰਪਾਲ ਸਿੰਘ ਚੀਮਾ, ਸਿੱਧਵਾਂ ਸਾਹਿਬ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸਿੱਧਵਾਂ, ਅਤੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ। ਇਹਨਾਂ ਦੇ ਵਿੱਚੋਂ ਹਰਜੋਤ ਸਿੰਘ ਬੈਂਸ, ਇੱਕ ਕੁਲਤਾਰ ਸਿੰਘ ਸੰਧਵਾਂ, ਇੱਕ ਹੋਰ ਵਿਧਾਇਕ ਹੈ ਇਹਨਾਂ ਦਾ ਅਮੋਲਕ ਸਿੰਘ। ਇਹ ਲੋਕ ਉੱਥੇ ਗਏ ਸਮਾਂ ਮੰਗਣ ਵਾਸਤੇ, ਪਰ ਉਹਨਾਂ ਨੇ ਇਸ 'ਤੇ ਇਹਨਾਂ ਨੂੰ ਖੈਰ ਨਹੀਂ ਪਾਈ ਕਿ ਤੁਹਾਡਿਆਂ 'ਤੇ ਵੀ ਵਿਸ਼ਵਾਸ ਉੱਠਦਾ ਜਾ ਰਿਹਾ। ਜਾਂ ਤਾਂ ਤੁਸੀਂ ਪਹਿਲੀ ਵਾਰੀ ਕਹਿ ਦੇ ਕਿ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ, ਉਹ ਦਿੱਤਾ ਜਾ ਸਕਦਾ ਸੀ। ਪਹਿਲਾਂ 3 ਮਹੀਨੇ, ਫਿਰ 15 ਦਿਨ, ਫਿਰ 6 ਮਹੀਨੇ।
6 ਮਹੀਨੇ ਟਾਈਮ ਲੈ ਕੇ ਜੇ ਮਹੀਨਾ 15 ਦਿਨ ਹੋਰ ਵਧਾ ਲੈਂਦੇ ਤਾਂ ਉਹ ਮੰਨ ਸਕਦੇ ਆ। ਉਹਨਾਂ ਨੇ ਅੱਜ ਦੇ ਦਿਨ ਉੱਥੇ ਸਿੱਖ ਕਾਨਫਰੰਸ ਸੱਦੀ ਵੀ ਹੈ। ਉਹਦੇ ਕੀ ਨਤੀਜੇ ਆਉਂਦੇ ਨੇ ਇਹ ਆਪਾਂ ਨੂੰ ਅਜੇ ਪਤਾ ਲੱਗੇਗਾ। ਕੁਛ ਨਾ ਕੁਛ ਤਾਂ ਫੈਸਲਾ ਹੋਵੇਗਾ, ਲੇਕਿਨ ਉਹਨਾਂ ਨੇ ਫੈਸਲਾ ਕੋਲ ਲੜਾਈ ਲੜਨੀ ਹੈ। ਅੱਗੇ ਸੰਘਰਸ਼ ਦੀ ਰੂਪ ਰੇਖਾ ਕੀ ਹੋਵੇਗੀ ਇਹ ਕੱਲ੍ਹ ਤੱਕ ਆਪਾਂ ਨੂੰ ਸਮਝ ਆ ਜਾਵੇਗੀ ਕਿ ਉੱਥੇ ਉਹ ਫੈਸਲਾ ਕੀ ਕਰਦੇ ਨੇ। ਲੇਕਿਨ ਸਰਕਾਰ ਦੀ ਭਰੋਸੇਯੋਗਤਾ ਸਰਕਾਰ ਨੇ ਗਵਾ ਲਈ ਹੈ, ਜਾਂ ਸਰਕਾਰ ਅੱਜ ਉੱਥੇ ਜਾ ਕੇ ਕੋਈ ਵਿਸ਼ਵਾਸ ਦਿੰਦੀ ਹੈ ਤਾਂ ਪਤਾ ਲੱਗੇਗਾ ਜੀ। ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਉਹਨਾਂ ਦਾ ਗ੍ਰਾਫ ਦਿਨ ਪ੍ਰਤੀ ਦਿਨ ਡਿੱਗਦਾ ਜਾ ਰਿਹਾ, ਜਿਸ ਨੂੰ ਉੱਪਰ ਚੱਕਣ ਦੇ ਲਈ ਲਗਾਤਾਰ ਪਾਰਟੀ ਵੱਲੋਂ ਕਈ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਥੇਬੰਦਕ ਢਾਂਚਾ ਸੀਗਾ ਜਿਹੜਾ ਉਹਨਾਂ ਦਾ ਉਹ ਭੰਗ ਕਰ ਦਿੱਤਾ ਹੈ ਤੇ ਲਗਾਤਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਵੀ ਗੱਲ ਚੱਲ ਰਹੀ ਹੈ ਜੀ। ਭੰਗੂ ਸਾਹਿਬ ਜਦੋਂ 2017 ਦੇ ਵਿੱਚ ਇਹ ਪਾਰਟੀ ਜਿਹੜੀ 94 ਸੀਟਾਂ ਤੇ ਜਾ ਪੜਦੀ ਸੀ, ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚੋਂ ਘਟ ਕੇ 15 ਤੇ ਆ ਗਈ। ਲੋਕ ਸਭਾ ਚੋਣਾਂ ਹੁੰਦੀਆਂ ਨੇ 2019 ਦੀਆਂ, ਇਹ ਸੁੰਗੜ ਕੇ 2 ਤੇ ਰਹਿ ਗਏ। ਉਹ ਵੀ ਮੀਆਂ ਬੀਬੀ ਜਿੱਤੇ। ਕੋਈ ਸਮਾਂ ਸੀ 1996 ਦੇ ਵਿੱਚ ਇਹਨਾਂ ਦਾ ਸਮਝੌਤਾ ਹੁੰਦਾ ਸੀ ਬਹੁਜਨ ਸਮਾਜ ਪਾਰਟੀ ਦੇ ਨਾਲ। ਇਹ 13 ਚੋਂ ਪੰਜਾਬ ਦੀਆਂ 11 ਲੋਕ ਸੇਵਾ ਸੀਟਾਂ ਤੇ ਕਾਬਜ਼ ਹੋ ਗਏ ਸੀ। 3 ਬਹੁਜਨ ਸਮਾਜ ਪਾਰਟੀ ਕੋਲੇ ਤੇ 8 ਅਕਾਲੀ ਦਲ ਕੋਲੇ ਆਈਆਂ ਸੀ ਸਭ ਤੋਂ ਵੱਧ। ਉਸ ਤੋਂ ਬਾਅਦ ਇਹ ਲਗਾਤਾਰ ਸੁੰਗੜਦੇ ਜਾ ਰਹੇ ਨੇ। ਉਹ ਗੱਲਬਾਤ ਨਹੀਂ ਰਹੀ ਜਿਹੜੀ ਗੱਲਬਾਤ ਰਹਿਣੀ ਚਾਹੀਦੀ ਸੀ। ਉਹਨਾਂ ਨੇ ਉਸ ਮਾਮਲੇ ਨੂੰ ਗਵਾ ਲਿਆ। ਜਦੋਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਸਿਰਫ 3 ਸੀਟਾਂ ਤੇ ਸੁੰਗੜ ਗਏ। ਇਹਨਾਂ ਨੇ ਇੱਕ ਕਮੇਟੀ ਬਣਾਤੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ। ਉਹ ਕਮੇਟੀ ਕਹਿੰਦੀ ਹੈ ਕਿ ਅਸੀਂ 100 ਸੀਟਾਂ ਦੇ ਉੱਤੇ ਵਰਕਰਾਂ ਨਾਲ ਗੱਲਬਾਤ ਕੀਤੀ ਹੈ। ਕੋਟਕਪੂਰੇ ਤੋਂ ਸਾਨੂੰ ਕਈ ਵਾਰੀ ਫੋਨ ਆਉਂਦਾ ਹੈ ਕਿ ਫਰੀਦਕੋਟ ਦੀਆਂ 3 ਸੀਟਾਂ ਨੇ, ਜਰਾ ਦੱਸਿਓ ਤੁਸੀਂ ਕਿਹੜੀਆਂ ਤੇ ਗਏ ਸੀ। ਚਲੋ ਉਹਨਾਂ ਨੇ ਰਿਪੋਰਟ ਦੇਤੀ, ਉਹ ਰਿਪੋਰਟ ਦੇ ਵਿੱਚ ਇਹ ਗੱਲ ਆ ਗਈ ਕਿ ਲੀਡਰਸ਼ਿਪ ਦੀ ਤਬਦੀਲੀ ਹੋਣੀ ਚਾਹੀਦੀ ਹੈ। ਆਮ ਪ੍ਰਚਲਿਤ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਲਓ ਜਾਂ ਬਾਦਲ ਪਰਿਵਾਰ ਨੂੰ ਬਚਾ ਲਓ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਧਨੀ ਨੇ। ਚਰਚਾ ਆਮ ਲੋਕਾਂ ਦੇ ਵਿੱਚ ਹੈ ਕਿ ਉਹਨਾਂ ਨੇ ਪੁੱਤਰ ਜੀ ਨੂੰ ਕਿਹਾ ਕਿ ਜੇ ਇੱਕ ਵਾਰੀ ਕੁਰਸੀ ਛੱਡਤੀ ਨਾ ਤੇ ਫਿਰ ਦੁਬਾਰਾ ਪ੍ਰਾਪਤ ਨਹੀਂ ਹੋਣੀ। ਪਹਿਲਾਂ ਇਹਨਾਂ ਨੂੰ ਬਹਾਨਾ ਆ ਗਿਆ, ਘੜ ਲਿਆ ਕਿ ਸੰਗਰੂਰ ਦੀ ਲੋਕ ਸਭਾ ਆ ਗਈ ਜੀ, ਬਹੁਤ ਵੱਡਾ ਅਸਰ ਪਊਗਾ ਜੇ ਲੀਡਰਸ਼ਿਪ ਤਬਦੀਲ ਕਰ ਦਿਓਗੇ। ਉੱਥੇ ਇਹਨਾਂ ਨੂੰ 44,428 ਵੋਟਾਂ ਪਈਆਂ ਨੇ 9 ਵਿਧਾਨ ਸਭਾ ਹਲਕਿਆਂ 'ਚ, 5ਵੇਂ ਥਾਂ ਤੇ। ਜਿੱਦਣ ਚੋਣਾਂ ਦਾ ਨਤੀਜਾ ਆ ਰਿਹਾ ਸੀ ਤਾਂ ਸਾਨੂੰ ਕਮੈਂਟ ਕੀਤਾ ਲੋਕਾਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਖੋ ਕਿ ਸਕਰੀਨ ਪੁੱਠੀ ਕਰ ਲੇ, ਉਹਦੀ ਪਾਰਟੀ ਦਾ ਨੰਬਰ ਸਭ ਤੋਂ 1 ਨੰਬਰ ਤੇ ਹੋ ਜਾਏਗਾ। ਇਸ ਤਰ੍ਹਾਂ ਦੇ ਤੰਜ ਲੋਕਾਂ ਵੱਲੋਂ ਕੱਸੇ ਗਏ। ਇਹਨਾਂ ਨੂੰ ਇਹ ਸੀ ਕਿ ਇਹਨਾਂ ਨੇ ਬੰਦੀ ਸਿੰਘਾਂ ਦਾ ਇੱਕ ਮੁੱਦਾ ਚਲਾਇਆ। ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨਾਲ ਵੀ ਮੀਟਿੰਗ ਕੀਤੀ, ਉਹ ਚੱਲਿਆ ਨਹੀਂ। ਉਸ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਨੂੰ ਖੜਾ ਕਰ ਲਿਆ, ਜਿਹਦੇ ਖਿਲਾਫ ਇਹਨਾਂ ਨੇ 2014 ਦੇ ਵਿੱਚ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਜਿਹੜੇ ਦੀਪਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਮੁਕਾਬਲੇ ਉਹਨਾਂ ਨੂੰ ਖੜਾ ਕੀਤਾ ਸੀ। ਤੇ ਉਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਪ੍ਰਤੀ ਕੀ ਸ਼ਬਦ ਬੋਲੇ ਸੀ ਭੁੱਲ ਗਏ ਸਾਰਾ ਕੁਝ। ਸਿਮਰਨਜੀਤ ਸਿੰਘ ਮਾਨ ਨਾਲ ਬਹਿ ਗਏ, ਉਹ ਕਹਿੰਦਾ ਵੀ ਮੇਰੇ ਤੋਂ ਵੱਧ ਬੰਦੀ ਸਿੰਘ ਕੌਣ ਆ ਜਿਹੜਾ ਪੀੜਤ ਵੀ ਹੈ। ਵੋਟ ਪੈਂਦੀ ਹੈ 44,428, ਉਹ 'ਚੋਂ ਕਲੇਮ ਕਰਦੇ ਨੇ, ਦਾਅਵਾ ਕਰਦੇ ਨੇ ਬਹੁਜਨ ਸਮਾਜ ਪਾਰਟੀ ਵਾਲੇ ਕਿ ਸਾਡੀਆਂ ਵੀ 10,000 ਤੋਂ ਵੱਧ ਵੋਟਾਂ ਨੇ। ਇਹਦਾ ਮਤਲਬ 34,000 ਵੋਟ ਰਹੇਗੀ ਇਹਨਾਂ ਦੀ। ਜੋ ਸਥਿਤੀ ਇਹਨਾਂ ਦੀ ਬਣ ਗਈ, ਆ ਹੁਣ ਫੇਰ ਇਕੱਠੇ ਹੋਏ। ਕਈਆਂ ਨੇ ਕਿਹਾ, ਜਿਹਦੇ ਵਿੱਚੋਂ ਪ੍ਰੇਮ ਸਿੰਘ ਚੰਦੂਮਾਜਰੇ ਨੇ ਕਹਤਾ ਕਿ ਹਾਂ ਸਾਨੂੰ ਕੋਈ ਚੀਜ਼ਾਂ ਦੇ ਉੱਤੇ ਤਬਦੀਲੀ ਚਾਹੀਦੀ ਹੈ, ਇਹ ਸਮੀਖਿਆ 'ਚ ਆਉਣੀ ਚਾਹੀਦੀ ਸੀ ਪਹਿਲਾਂ, ਫਿਰ ਇਹਨੂੰ ਕੋਰ ਕਮੇਟੀ 'ਚ ਰੱਖਣਾ ਚਾਹੀਦਾ ਸੀ। ਕਾਰਨ ਕੀ, ਇਹ ਜਿੰਨੇ ਸਾਰੇ ਪਿਛਲੱਗ ਇਕੱਠੇ ਹੋਏ ਵੇ ਨੇ, ਇਹਨਾਂ ਦੇ ਵਿੱਚ ਅਸਲੀਅਤ ਕਹਿਣ ਦੀ ਜ਼ਰੂਰਤ ਨਹੀਂ। ਕਾਰਨ ਕਿ ਜਿੰਨਾ ਸਰਮਾਇਆ ਬਾਦਲ ਪਰਿਵਾਰ ਕੋਲੇ ਆ, ਕਿਸੇ ਦੂਸਰੇ ਕੋਲੇ ਕਹਿੰਦੇ ਹੈ ਨਹੀਂ।
ਜਿਹੜਾ ਪਾਰਟੀ ਚਲਾ ਸਕੇ। ਤੇ ਜਗਮੀਤ ਸਿੰਘ ਬਰਾੜ ਇਹਨਾਂ ਦੇ ਸੀਨੀਅਰ ਆਗੂ ਨੇ, ਉਹਨਾਂ ਨੇ ਵੀ ਕਹਿਤਾ ਕਿ ਅਸੀਂ ਬਾਦਲ ਪਰਿਵਾਰ ਨੂੰ ਕਹਿੰਦੇ ਵੀ ਤਿਆਗ ਪੱਤਰ ਨਹੀਂ, ਤਿਆਗ ਕਰੋ ਕੁਰਸੀ ਦਾ, ਇਹ ਅਹੁਦਾ ਛੱਡੋ। ਮਨਪ੍ਰੀਤ ਸਿੰਘ ਵਾਲੀ ਇਹਨਾਂ ਦਾ ਵਿਪ ਹੈ ਵਿਧਾਨ ਸਭਾ ਦੇ ਵਿੱਚ ਸੀ, ਉਹ 3 ਵਿਧਾਇਕ ਜਿੱਤੇ, ਉਹਨਾਂ 'ਚੋਂ ਇੱਕ ਉਹ ਸੀਨੀਅਰ ਸੀ, ਉਹਨੇ ਵੀ ਕਹਿਤਾ ਕਿ ਜਦੋਂ ਤੁਸੀਂ ਦ੍ਰੋਪਦੀ ਮੁਰਮੂ ਦੀ ਹਮਾਇਤ ਕੀਤੀ ਹੈ, ਭਾਵ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ, JP ਨੱਡੇ ਹੋਰਾਂ ਦਾ ਫੋਨ ਆ ਗਿਆ ਤੇ ਇਹ ਜੁੱਤੀਆਂ ਲਾ ਕੇ ਤੁਰ ਪਏ, ਉਧਰ ਨੂੰ ਜਾ ਕੇ ਬੁੱਕੇ ਫੜਾ ਆਏ। ਇਹ ਆਲੀ ਸਾਹਿਬ ਕਹਿੰਦੇ ਵੀ ਕੋਈ ਗੱਲਬਾਤ ਤੇ ਜਾਓ। ਅਲਿਆਲੀ ਸਾਹਿਬ ਨੂੰ ਪਿਛਲਾ ਇਤਿਹਾਸ ਪਤਾ ਹੋਣਾ ਚਾਹੀਦਾ 1996 ਦਾ। ਕਹਿੰਦੇ ਨੇ ਕਿ ਸਰਦਾਰ ਸੁਰਜੀਤ ਸਿੰਘ ਬਰਨਾਲਿਆ ਨੂੰ ਤੀਜੇ ਮੋਰਚੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਜਾ ਰਿਹਾ ਸੀ ਤੇ ਬਾਦਲ ਸਾਹਿਬ ਵਾਜਪਾਈ ਸਾਹਿਬ ਕੋਲੇ ਜਾ ਕੇ ਅਸੀਂ ਤਾਂ ਜੀ ਬਿਨਾਂ ਸ਼ਰਤ ਹਮਾਇਤ, ਸ਼ਰਤਾਂ ਤਾਂ ਸੀਗੀਆਂ ਵੀ ਮੁੰਡੇ ਨੂੰ ਮੰਤਰੀ ਮੰਡਲ 'ਚ ਲੈ ਲਿਓ, ਨੂੰਹ ਨੂੰ ਲੈ ਲਿਓ ਜਾਂ ਕੋਈ ਹੋਰ ਕਰ ਲਿਓ। ਇਹਨਾਂ ਨੇ ਪਾਰਟੀ ਦੀ ਥਾਂ ਤੇ ਪਰਿਵਾਰ ਨੂੰ ਤਰਜੀਹ ਦਿੱਤੀ। ਫਿਰ ਇਹਨਾਂ ਦੀ ਪਾਰਟੀ ਦਾ ਆਗੂ ਹੈ, ਪਤਾ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੈ ਜਦਰ ਕਰਨੈਲ ਸਿੰਘ ਪੰਜੋਲੀ। ਉਹ ਕਹਿੰਦਾ ਇਹ ਸਿਆਸਤ ਪੰਥ ਨੂੰ ਘੁਣਵਾ ਖਾ ਗਿਆ, ਇੱਕ ਪਰਿਵਾਰਵਾਦ ਦੀ ਸਿਆਸਤ। ਉਹ ਕਿਹਦੀ ਹੈ ਇਸ ਮਾਮਲੇ ਦੇ ਵਿੱਚ? ਹੁਣ ਸੁਖਬੀਰ ਸਿੰਘ ਨੇ ਕੱਲ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਕਿ ਸੁਖਬੀਰ ਸਿੰਘ ਨੂੰ ਚਿੱਠੀ ਲਿਖੀ ਔਰ ਸਾਰਾ ਜਥੇਬੰਦਕ ਢਾਂਚਾ ਭੰਗ ਕਰਤਾ। ਜੋ ਜਥੇਬੰਦਕ ਢਾਂਚਾ ਭੰਗ ਕਰਤਾ ਤੇ ਪ੍ਰਧਾਨ ਤਾਂ ਨਾਲ ਹੀ ਹੁੰਦਾ, ਪਹਿਲਾਂ ਵੀ ਪਿਰਤ ਰਹੀ ਹੈ ਇਹਨਾਂ ਦੀ, ਲੇਕਿਨ ਅਧਿਕਾਰ ਪ੍ਰਧਾਨ ਜੀ ਕੋਲੇ ਜਥੇਬੰਦਕ ਢਾਂਚਾ ਭੰਗ ਹੈ। ਸੋ ਜਦੋਂ ਤੱਕ ਇਹ ਕੰਧ ਤੇ ਲਿਖਿਆ ਨਹੀਂ ਪੜ੍ਹਨਗੇ ਉਦੋਂ ਤੱਕ ਅਕਾਲੀ ਦਲ ਦਾ ਮੁੜ ਕੇ ਸੁਰਜੀਤ ਹੋਣਾ ਅੱਜ ਦੀ ਦਿਹਾੜੀ ਦੇ ਵਿੱਚ ਮੁਸ਼ਕਲ ਲੱਗਦਾ ਹੈ। ਜੇ ਇਹ ਆਪਣੀਆਂ ਨੀਤੀਆਂ, ਪੰਥਕ ਨੀਤੀ ਜਿਹੜੀ 1996 'ਚ ਛੱਡਤੀ ਸੀ, ਉਹਨੂੰ ਦੁਬਾਰਾ ਅਪਣਾ ਲੈਣਗੇ ਤਾਂ ਹੋ ਸਕਦਾ ਹੈ ਲੋਕ ਇਹਨਾਂ ਨੂੰ ਦੁਬਾਰਾ ਮੂੰਹ ਲਾ ਲੈਣ, ਪਰ ਅਜੇ ਲੋਕਾਂ ਦੇ ਵਿੱਚ ਇਹਨਾਂ ਦੀ ਭੱਲ ਬਣਦੀ ਨਜ਼ਰ ਨਹੀਂ ਆ ਰਹੀ। ਜੀ, ਜੇਕਰ ਗੱਲ ਕੀਤੀ ਜਾਵੇ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦਾ ਫਰੀਦਕੋਟ ਦਾ ਹਸਪਤਾਲ ਦਾ ਦੌਰਾ ਤੇ ਉਧਰ ਰਾਜ ਬਹਾਦਰ ਡਾਕਟਰ ਦਾ ਜਿਹੜਾ ਅਸਤੀਫਾ ਉਹ ਵੀ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ ਜੀ। ਦੇਖੋ, ਚੇਤਨ ਸਿੰਘ ਜੌੜੇ ਮਾਜਰਾ ਸਾਡੇ ਸਿਹਤ ਮੰਤਰੀ ਨੇ। ਉਹ ਜਦੋਂ ਤੋਂ ਸਿਹਤ ਮੰਤਰੀ ਨੇ ਵੱਖ-ਵੱਖ ਹਸਪਤਾਲਾਂ ਦਾ ਤੇ ਹੋਰਾਂ ਦਾ ਸਾਰਿਆਂ ਦਾ ਦੌਰਾ ਕਰਦੇ ਆ ਰਹੇ ਨੇ। ਉਹਨਾਂ ਨੇ ਜਦੋਂ ਇੱਕ ਥਾਂ ਤੇ ਦੌਰਾ ਕੀਤਾ, ਦੂਜੀ ਥਾਂ ਤੇ ਵੀ ਉਹੀ ਕੁਝ ਮਿਲਿਆ, ਤੀਜੀ ਤੇ ਵੀ ਉਹੀ ਮਿਲਿਆ ਤੇ ਫਿਰ ਚੌਥੀ ਤੇ ਵੀ ਉਹੀ ਕੁਝ ਮਿਲਣਾ ਸੀ। ਉਹਨਾਂ ਨੇ ਜਿਹੜਾ ਮਾਮਲਾ ਉਠਾਇਆ ਕਿ ਆਹ ਕੁਛ ਇੱਥੇ ਹੋ ਰਿਹਾ, ਉਹ ਢੰਗ ਤੇ ਬਖਰੇਵੇਂ ਨੇ। ਕੁਝ ਲੋਕ ਚੇਤਨ ਸਿੰਘ ਜੌੜੇ ਮਾਜਰਾ ਦੀ ਹਮਾਇਤ ਵੀ ਕਰਦੇ ਨੇ ਤੇ ਕੁਝ ਲੋਕ ਉਹਦੇ ਵਿਰੋਧ 'ਚ ਵੀ ਖੜੇ ਨੇ। ਉਹਨਾਂ ਨੇ ਅਸਤੀਫਾ ਵੀ ਦੇਤਾ। ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਰਾਜ ਬਹਾਦਰ, ਅਸੀਂ ਕਈ ਪ੍ਰੋਗਰਾਮਾਂ 'ਚ ਪਹਿਲਾਂ ਗੱਲ ਕਰ ਚੁੱਕਿਆ ਕਿ ਡਾਕਟਰ ਰਾਜ ਬਹਾਦਰ ਉਹਨਾਂ 12-13 ਡਾਕਟਰਾਂ 'ਚੋਂ ਵਿਸ਼ਵ ਦਿਆਂ 'ਚੋਂ ਇੱਕ ਨੇ ਜਿਹੜੇ ਰੀੜ੍ਹ ਦੀ ਹੱਡੀ ਦੀ ਆਪਰੇਸ਼ਨ ਦੇ ਬਹੁਤ ਮਾਹਰ ਨੇ, ਬਹੁਤ ਉਹਨਾਂ ਦੀ ਮਹਾਰਤਾ ਹਾਸਲ ਹੈ। ਇਸ ਮਾਮਲੇ ਨੂੰ ਲੈ ਕੇ ਸਾਰੇ ਪਾਸੇ ਅਖੀਰ ਇਹ ਸਾਰੇ ਕੰਮ ਦੇ ਉੱਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਾਫੀ ਮੰਗਣੀ ਪਈ। ਉਹਨਾਂ ਨੇ ਕਿਹਾ ਵੀ ਆ, ਅਪੀਲ ਕੀਤੀ ਹੈ ਡਾਕਟਰ ਰਾਜ ਬਹਾਦਰ ਨੂੰ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ। ਉਹ ਵਾਪਸ ਲੈ, ਇਕੱਲੇ ਉਹਨਾਂ ਨੇ ਨਹੀਂ ਕੀਤਾ, ਕਈ ਹੋਰਾਂ ਨੇ ਵੀ ਅਸਤੀਫਾ ਦੇਤਾ। ਹੁਣ ਉਹ ਕਹਿ ਰਹੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਇਸ ਕਹਿਣ ਨਾਲ ਕੰਮ ਨਹੀਂ ਚੱਲਣਾ। ਜੇ ਅਦਾਲਤ ਦੇ ਵਿੱਚ ਜਾ ਕੇ ਕਹਿ ਦੇ ਕੋਈ ਬੰਦਾ ਕਾਤਲ ਕੇ ਫਲਾਣੇ ਨੇ ਕਤਲ ਕੀਤਾ ਸੀ, ਮੈਂ ਤਾਂ ਕਰਤਾ, ਇਹ ਗੱਲ ਮੰਨੀ ਤਾਂ ਨਹੀਂ ਜਾਊਗੀ। ਉੱਥੇ ਕਾਫੀ ਮੁੱਖ ਮੰਤਰੀ ਨੂੰ ਜੇ ਮਤਲਬ ਮਾਫੀ ਮੰਗਣੀ ਪੈ ਜਾਵੇ, ਇਹ ਬਹੁਤ ਵੱਡਾ ਗੱਲ ਹੁੰਦੀ ਹੈ। ਇਹਨੂੰ ਵਧੀਆ ਤਰੀਕੇ ਨਾਲ ਸੁਲਝਾਉਣਾ ਚਾਹੀਦਾ ਹੈ। ਜੇ ਕਿਸੇ ਤੋਂ ਗਲਤੀ ਹੋਊਗੀ ਮਾਫ ਲੈ ਲਓ, ਪਰ ਸਿਹਤ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਵਾਈਸ ਚਾਂਸਲਰ ਦੇ ਰੁਤਬੇ ਮੁਤਾਬਕ ਗੱਲ ਕਰਦੇ। ਉਹਨਾਂ ਦਾ ਰੁਤਬਾ ਬਹੁਤ ਉੱਚਾ। ਜੇ ਉਹਨਾਂ ਨੂੰ ਉੱਥੇ ਊਣਤਾਈਆਂ ਨਜ਼ਰ ਆਈਆਂ ਸੀ, ਬਲਕਿ ਜਦੋਂ ਉਹਨਾਂ ਨੂੰ ਸ਼ੁਰੂ 'ਚ ਹੀ ਹਸਪਤਾਲਾਂ 'ਚ ਊਣਤਾਈਆਂ ਨਜ਼ਰ ਆਈਆਂ, ਉਹ ਸਾਰੇ ਸਿਵਲ ਸਰਜਨਾਂ ਦੀ ਮੀਟਿੰਗ ਬੁਲਾਉਂਦੇ, ਵਾਈਸ ਚਾਂਸਲਰਾਂ ਦੀ, ਪ੍ਰਿੰਸੀਪਲਾਂ ਦੀ, ਕਾਲਜਾਂ ਦੀ, ਮੈਡੀਕਲ ਨਿਗਰਾਨਾਂ ਦੀ, ਉਹਨਾਂ ਨੂੰ ਮੀਟਿੰਗ ਬੁਲਾ ਕੇ ਪੁੱਛਦੇ ਕਿ ਤੁਹਾਡੇ ਕੀ ਘਾਟਾ ਨੇ।
ਇਹ ਠੀਕ ਹੈ ਗੱਲ ਕਿ ਉਹ ਘਾਟ ਜਿਹੜੀ ਹੈ ਇੱਕ ਦਿਨ 'ਚ ਤਾਂ ਪੈਦਾ ਨਹੀਂ ਹੋਈ। ਜਿਨ੍ਹਾਂ ਨੇ ਪਿੱਛੇ ਦਾਅਵੇ ਕੀਤੇ ਨੇ ਉਹਨਾਂ ਨੇ ਵੀ। ਤੁਸੀਂ ਚੱਲੇ ਹੋ ਮੁਹੱਲਾ ਕਲੀਨਿਕ ਬਣਾਉਣ, ਇਹ ਮੇਰੀ ਗੱਲ ਯਾਦ ਰੱਖ ਲਿਓ, ਅੱਗਾ ਦੌੜ ਪਿੱਛਾ ਚੌੜ ਹੋਣਾ ਹੈ। ਇਹਨਾਂ ਦੀ ਹਾਲਤ ਸੁਧਾਰ ਲਓ। ਜਿਹੜੀ ਆ ਚੇਤਨ ਸਿੰਘ ਜੌੜੇ ਮਾਜਰਾ ਨੇ ਦੇਖਿਆ ਕਿ ਉੱਥੇ ਆਹ ਹਾਲ ਹੈ, ਇਹਦਾ ਮਤਲਬ ਘਾਟਾਂ ਹੈਗੀਆਂ ਨੇ। ਅਸੀਂ ਇੱਕ ਨਵਾਂ ਫਾਹਾ ਲੈਣ ਲੱਗੇ ਹਾਂ ਤੇ ਉਹਦੀ ਥਾਂ ਦੇ ਉੱਤੇ ਜੇ ਇਹਨਾਂ ਹਸਪਤਾਲਾਂ ਨੂੰ ਸੁਧਾਰ ਲਿਆ ਜਾਂਦਾ ਤਾਂ ਮੈਂ ਸਮਝਦਾ ਜ਼ਿਆਦਾ ਵਧੀਆ ਹੋਣਾ ਸੀ। ਬਾਕੀ ਸਰਕਾਰ ਬਿਹਤਰ ਜਾਣਦੀ ਹੈ ਕਿ ਉਹਨਾਂ ਨੇ ਜਿਹੜੀ ਗੱਲ ਕਹਿਤਾ ਕਿ ਆਹੀ ਹੋਣਾ ਚਾਹੀਦਾ ਹੈ, ਫਿਰ ਉਹਨਾਂ ਦੀ ਮਰਜ਼ੀ। ਪਰ ਸਾਨੂੰ ਇਸ ਗੱਲ ਦੇ ਵਿੱਚ ਜਿਹੜਾ ਇਹ ਸਥਿਤੀ ਪੈਦਾ ਹੋ ਗਈ, ਉਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਦੀ ਸਥਿਤੀ ਹੈ ਜਿਹੜੀ ਹਾਸੋ ਹੀ ਨਹੀਂ ਕਰ ਦਿੱਤੀ ਗਈ ਹੈ। ਮੇਰਾ ਖਿਆਲ ਹੈ ਕਿ ਸਿਹਤ ਮੰਤਰੀ ਬਾਕੀ ਸਾਰੀਆਂ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੋਲੇ ਮੀਟਿੰਗ ਬੁਲਾਉਣੀ ਚਾਹੀਦੀ ਹੈ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਜੀ, ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ, ਜਿਹੜੀ ਜ਼ਮੀਨ ਰਸੂਖਦਾਰਾਂ ਵੱਲੋਂ ਦੱਬੀ ਗਈ ਹੈ ਉਸ ਨੂੰ ਛਡਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਿਹੜੇ ਕੁਲਦੀਪ ਧਾਲੀਵਾਲ ਨੇ ਸਾਡੇ ਕੈਬਨਿਟ ਮੰਤਰੀ, ਉਹ ਵੀ ਪਹੁੰਚੇ ਨੇ, ਜਿਨ੍ਹਾਂ ਨੇ ਚੰਡੀਗੜ੍ਹ ਦੇ ਕੋਲੋਂ ਜਿਹੜੀ 2828 ਏਕੜ ਜ਼ਮੀਨ ਆ ਜਿਹੜੀ ਉਹ ਛਡਵਾਈ ਹੈ। ਜੀ, ਮੇਰਾ ਖਿਆਲ ਹੈ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਇਸ ਪਾਸੇ ਵੱਲ ਨਿੱਠ ਕੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਤਾਂ ਹੁਣ ਤਾਂ ਖਬਰਾਂ ਇਹੀ ਆਉਂਦੀਆਂ ਸੀ ਫਲਾਨੀ ਥਾਂ ਤੇ ਜ਼ਮੀਨ ਦੱਬ ਲਈ, ਉੱਥੇ ਜ਼ਮੀਨ ਦੱਬ ਲਈ, ਆਹ ਜ਼ਮੀਨ ਤੇ ਕਬਜ਼ਾ ਹੋ ਗਿਆ। ਜਦੋਂ ਤੋਂ ਇਹ ਸਰਕਾਰ ਬਣੀ ਆ, ਇਹਨਾਂ ਦੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਬਹੁਤ ਤੇਜ਼ੀ ਨਾਲ ਇਸ ਪਾਸੇ ਵੱਲ ਕਦਮ ਪੁੱਟੇ ਨੇ। ਹੁਣ ਉਹਨਾਂ ਨੇ ਤੁਹਾਡੇ ਸਾਹਮਣੇ ਆ ਕਿ ਰਸੂਖਦਾਰਾਂ ਤੋਂ ਇਹ ਜ਼ਮੀਨ ਪੈਰ ਪੈਰ ਦੇ ਉੱਤੇ ਛਡਾਈ ਹੈ ਤੇ ਅੱਗੇ ਨੂੰ ਵੀ ਹੁਣ ਅਖੀਰ ਦੇ ਉੱਤੇ ਜਦੋਂ ਵੱਡਾ ਰਕਬਾ ਛਡਾਉਣਾ ਸੀ, ਜਿਹੜਾ ਵੱਡੇ ਵੱਡਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਪਤਾ ਨਹੀਂ ਕਿਹਦੇ ਕਿਹਦੇ, ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਦਾ ਨਾਮ ਵੀ ਆਉਂਦਾ, ਇੱਕ ਸਾਬਕਾ ਮੰਤਰੀ ਦੇ ਪੁੱਤਰ ਦਾ ਨਾਮ ਵੀ ਆਉਂਦਾ, ਹੋਰਾਂ ਕਈਆਂ ਦਾ ਨਾਮ ਆਉਂਦਾ। ਇਹ 2828 ਏਕੜ ਛਡਾ ਕੇ ਜਿੰਨੀ ਕੁੱਲ 3000 ਏਕੜ ਦੇ ਕਰੀਬ ਛਡਾਈ ਗਈ ਹੈ, ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਉਹ ਜੰਗਲਾਤ ਨੂੰ ਸੌਂਪੀ ਜਾਵੇਗੀ ਤਾਂ ਕਿ ਪੰਜਾਬ ਦੇ ਵਿੱਚ ਜੰਗਲਾਤ ਹੇਠ ਰਕਬਾ ਵਧਾਇਆ ਜਾ ਸਕੇ। ਜੀ, ਇਸ ਤੋਂ ਇਲਾਵਾ ਇੱਕ ਗੱਲ ਕੀਤੀ ਉਹ ਨੇਜਾਬਾਜ਼ੀ ਦੀ, ਤਾਂ ਉਸ ਦੇ ਵਿੱਚ ਜਿਹੜੇ ਨੀਰਜ ਚੋਪੜਾ ਨੇ ਇਹਨਾਂ ਨੇ ਚਾਂਦੀ ਦਾ ਤਗਮਾ ਜਿਹੜਾ ਉਹ ਜਿੱਤਿਆ। ਜੀ, ਭੰਗੂ ਸਾਹਿਬ ਇਹਦੇ ਵਿੱਚ 3 ਤਾਂ ਸਾਡੇ ਉਹ ਹੋ ਗਏ ਜਿਨ੍ਹਾਂ ਨੇ ਚਾਂਦੀ ਦਾ, ਇਹਨਾਂ ਨੇ ਨੀਰਜ ਚੋਪੜਾ ਸਾਹਿਬ ਨੇ 88.13 ਮੀਟਰ ਨੇਜਾ ਜੀ ਨੂੰ ਜੈਵਲਨ ਕਹਿੰਦੇ ਆ, ਉਹ ਸੁੱਟ ਕੇ ਬਹੁਤ ਵੱਡਾ ਇਹ ਕੰਮ ਕੀਤਾ ਹੈ। ਤੇ ਦੂਜਾ ਸਾਡਾ ਇਹਦੇ ਵਿੱਚ ਇੱਕ ਜਿਹੜੀਆਂ ਕਾਮਨਵੈਲਥ ਖੇਡਾਂ ਚੱਲ ਰਹੀਆਂ ਨੇ, ਇਹਨਾਂ ਕਾਮਨਵੈਲਥ ਖੇਡਾਂ ਦੇ ਵਿੱਚ ਸਾਡਾ ਜਿਹੜੀ ਚਾਰੂਬਾਈ ਹੈ ਉਹਨੇ ਵੀ ਸੋਨ ਤਗਮਾ ਜਿੱਤ ਗਿਆ ਭਾਰ ਤੋਲਕਾਂ ਦੇ ਵਿੱਚ। ਇਹ ਮੀਰਾਬਾਈ ਚਾਨੂ ਆ, ਮੈਂ ਮਾਫ ਕਰਨਾ, ਮੈਂ ਗਲਤ ਕਹਿ ਗਿਆ ਸੀ। ਇਹਦੇ ਨਾਲ ਹੀ ਇੱਕ ਹੋਰ ਲੜਕਾ ਹੈਗਾ ਸੰਕੇਤ ਮਹਾਦੇਵ ਸਰਾਗਰ, ਉਹਨੇ ਚਾਂਦੀ ਦਾ, ਤੇ ਗੁਰੂ ਰਾਜਾ ਪੁਜਾਰੀ ਨੇ ਤੀਜੇ ਸਥਾਨ ਤੇ ਪ੍ਰਾਪਤ ਕੀਤਾ, ਉਹਨੂੰ ਕਾਂਸੀ ਦਾ ਤਗਮਾ ਮਿਲਿਆ ਹੈਗਾ। ਜਿਹੜੀਆਂ ਚੱਲ ਰਹੀਆਂ ਨੇ ਖੇਡਾਂ ਇਸ ਵੇਲੇ ਸਾਡੀਆਂ ਬਰਮਿੰਘਮ ਦੇ ਵਿੱਚ, ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਰਾਸ਼ਟਰਮੰਡਲ ਖੇਡਾਂ, ਇਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਭਾਰਤ ਨੂੰ ਜਿੱਤ ਦਿਵਾਈ ਹੈ। ਚੰਗਾ ਹੋਵੇ ਕਿ ਜੇ ਇਹ ਸਾਡੀਆਂ ਜਿਹੜੀਆਂ ਟੀਮ ਚੰਗੀਆਂ ਬਣ, ਉਹ ਵੀ ਜਿੱਤ ਕੇ ਆਉਣ। ਇਹ ਵਿਅਕਤੀਗਤ ਆ, ਇਹਦੇ ਵਿੱਚ ਨਹੀਂ। ਜਿਹੜਾ ਇਹ ਲੜਕਾ ਸੰਕੇਤ ਹੈ, ਕਹਿੰਦੇ ਇਹ ਪਾਨ ਦੀ ਦੁਕਾਨ ਕਰਦਾ ਤੇ ਉੱਥੋਂ ਉਹ ਮਿਹਨਤ ਕਰਕੇ ਕੱਲਾ ਉਹਦੇ ਕੋਚ ਸਾਹਿਬਾਨ, ਮੈਨੇਜਰ ਸਾਹਿਬਾਨ ਜਿਨ੍ਹਾਂ ਨੇ ਉਹਨੂੰ ਕੰਮ ਕੀਤਾ ਹੈ, ਤੇ ਇੱਥੇ ਫਿਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਇਹ ਬੱਚੇ ਉੱਭਰਦੇ ਨੇ ਉਦੋਂ ਇਹਨਾਂ ਨੂੰ ਕੱਖ ਸਹੂਲਤ ਨਹੀਂ ਦਿੱਤੀ ਜਾਂਦੀ। ਬਾਅਦ ਦੇ ਵਿੱਚ ਫਿਰ ਮੰਤਰੀ ਸੰਤਰੀ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਦੇ ਗੱਲ ਦੇ ਵਿੱਚ ਤਗਮੇ ਪਾਉਣ ਵਾਸਤੇ ਤੁਰ ਪੈਂਦੇ ਨੇ। ਜੀ, ਉਧਰ ਗੱਲ ਕੀਤੀ ਜਾਵੇ ਕੇਜਰੀਵਾਲ ਤੇ ਰਾਘਵ ਚੱਡਾ ਦੀ Z+ ਸਿਕਿਉਰਿਟੀ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਬੰਦੇ ਨਹੀਂ, ਫੋਰਸ ਦੀ ਘਾਟ ਹੈ। ਸਾਡੇ DGP ਗੌਰਵ ਜਾਦਵ ਸਾਹਿਬ ਕਹਿੰਦੇ ਨੇ ਕਿ 50% ਥਾਣਿਆਂ 'ਚ ਨਿਯੁਕਤੀ ਕਰੋ, ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਉੱਥੋਂ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਕਹਿ ਚੁੱਕੇ ਨੇ ਕਿ ਉਹਨਾਂ ਕੋਲ ਪਹਿਲੇ Z+ ਸਿਕਿਉਰਿਟੀ ਹੈ ਤੇ ਉਹਨਾਂ ਨੂੰ ਜੇ ਸਿਕਿਉਰਿਟੀ ਹੋਰ ਚਾਹੀਦੀ ਆ ਅਸੀਂ ਦੇ ਸਕਦੇ ਹਾਂ। ਤੇ ਇੱਥੋਂ ਆ ਕੇ ਉਹ ਦਿੱਤਾ ਜਾ ਰਿਹਾ। ਇੱਕ ਪਾਸੇ ਪੁਰਾਣਿਆਂ ਤੋਂ ਸਿਕਿਉਰਿਟੀ ਵਾਪਸ ਲੈ ਲਓ,
ਉਹ ਨਸ਼ਰ ਕਰ ਦਿਓ ਲੋਕਾਂ 'ਚ, ਜਿਹਦੇ ਕਾਰਨ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ, ਤੇ ਉਹਦੀ ਥਾਂ ਤੇ ਆਪਣਿਆਂ ਨੂੰ ਅੰਨਾ ਬੰਨੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ। ਚਲੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਤੇ ਰਾਘਵ ਚੱਡਾ ਇੱਕ ਦੂਜੇ ਰਾਜ ਸਭਾ ਦੇ ਮੈਂਬਰਾਂ ਵਾਂਗੂ ਰਾਜ ਸਭਾ ਮੈਂਬਰ ਹੈ, ਉਹਨੂੰ Z+ ਕਾਹਦੇ ਵਾਸਤੇ? ਇੱਥੇ ਹਿੰਦੁਸਤਾਨ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਸੁਖਵੀਰ ਇਹੋ ਜਿਹੇ ਲੋਕ ਤੁਰੇ ਫਿਰਦੇ ਨੇ ਜੀ, ਜਿਨ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਕਿੰਨੇ ਇਹ ਅੰਗ ਰੱਖੇ ਤੁਰੇ ਫਿਰਦੇ ਨੇ। ਜੇ ਉਹਨਾਂ ਸਾਰਿਆਂ ਨੂੰ ਕੱਢ ਲਿਆ ਜਾਵੇ ਪੂਰੇ ਭਾਰਤ 'ਚੋਂ ਤਾਂ ਇੱਕ ਰਾਜ ਦੀ ਪੂਰੀ ਪੁਲਿਸ ਦੀ ਬਟਾਲੀਅਨ, ਪੂਰਾ ਜਿਹੜੀ ਪੁਲਿਸ ਤੰਤਰ ਹੈ ਉਨੀ ਗਿਣਤੀ ਪੈਦਾ ਹੋ ਸਕਦੀ ਹੈ। ਇਹਦੇ 'ਚ ਸਾਰੀਆਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਤੇ ਹਾਈ ਕੋਰਟ ਦੇ ਵਿੱਚ ਸਰਕਾਰ ਜਵਾਬ ਦੇ ਵੀ। ਜੀ, ਜੇਕਰ ਗੱਲ ਕੀਤੀ ਜਾਵੇ ਏਜੀ ਸਾਡੇ ਜਿਹੜੇ ਸੀਗੇ ਅਨਮੋਲ ਰਤਨ ਸਿੱਧੂ, ਤਾਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਮੁੜ ਜਿਹੜੇ ਵਿਨੋਦ ਘਈ ਨੇ ਉਹ ਨਵੇਂ ਏਜੀ ਬਣੇ ਨੇ, ਜਿਨ੍ਹਾਂ ਦਾ ਵਿਰੋਧ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਤੇ ਸਿੱਖ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਵੀ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਆਏ ਉਦੋਂ ਵੀ ਐਡਵੋਕੇਟ ਜਨਰਲ ਦਾ ਰੌਲਾ ਪੈਂਦਾ ਰਿਹਾ। ਜਦੋਂ ਇਹਨਾਂ ਨੇ ਅਨਮੋਲ ਰਤਨ ਸਿੱਧੂ ਨੂੰ ਲਾਇਆ ਤਾਂ ਲੋਕਾਂ ਦੇ ਵਿੱਚ ਇੱਕ ਚਰਚਾ ਸੀ ਵੀ ਇੱਕ ਚੰਗਾ ਸ਼ਖਸੀਅਤ ਨੂੰ ਇਹਨਾਂ ਨੇ ਇਸ ਅਹੁਦੇ ਤੇ ਬਿਰਾਜਮਾਨ ਕੀਤਾ ਹੈ, ਕਿਉਂਕਿ ਅਨਮੋਲ ਰਤਨ ਸਿੱਧੂ ਇੱਕ ਚੰਗੇ ਪਰਿਵਾਰ ਖਾਨਦਾਨ ਦੇ ਵਿੱਚੋਂ ਆਉਂਦੇ ਹੈ। ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ, ਇਮਾਨਦਾਰ ਵੀ ਹੈ। ਕਿਹਾ ਸੀ ਮੈਂ 1 ਰੁਪਿਆ ਟੋਕਨ ਮਨੀ ਦੇ ਉੱਤੇ ਕੰਮ ਕਰਾਂਗਾ। ਸੋ ਭੰਗੂ ਸਾਹਿਬ ਆਪਾਂ ਜੇ ਗੱਲ ਕਰੀਏ ਜੀ, ਉਹਨਾਂ ਨੂੰ ਹਟਾਉਣ ਤੋਂ ਬਾਅਦ ਜੇ ਉਸ ਤੋਂ ਉੱਪਰਲੀ ਪੌੜੀ ਵਾਲਾ ਕੋਈ ਬੰਦਾ ਲਾਇਆ ਜਾਂਦਾ, ਵਕੀਲ ਦੇ ਤੌਰ ਤੇ ਵਿਰੋਧ ਕਈ ਸਾਹਿਬ ਦੀ ਕੋਈ ਵਿਰੋਧਤਾ ਨਹੀਂ। ਉਹ ਸੀਨੀਅਰ ਨੇ, ਕ੍ਰਿਮੀਨਲ ਦੇ ਅਪਰਾਧਕ ਕੇਸਾਂ ਦੇ ਬਹੁਤ ਮਾਹਰ ਨੇ, ਪਰ ਕਿਤੇ ਵਜੋਂ ਵਕੀਲ ਨੇ ਤੇ ਬੰਦੇ ਕੋਲੇ ਜਿਹੜਾ ਬੰਦਾ ਕੋਈ ਉਹਨਾਂ ਨੂੰ ਕਰਨ ਵਾਸਤੇ ਆਏਗਾ, ਹਾਇਰ ਕਰੇਗਾ, ਉਹ ਤਾਂ ਜਾਣਗੇ। ਪਰ ਪ੍ਰੋਬਲਮ ਕਿੱਥੇ ਜਾ ਕੇ ਆਉਂਦੀ ਹੈ ਕਿ ਉਹਨਾਂ ਨੇ ਸਮੇਧ ਸੈਣੀ ਦਾ ਕੇਸ ਲੜਿਆ, ਉਹਨਾਂ ਨੇ ਡੇਰਾ ਮੁਖੀ ਦਾ ਕੇਸ ਲੜਿਆ, ਉਹਨਾਂ ਨੇ ਤਜਿੰਦਰ ਬੱਗੇ ਦਾ ਕੇਸ ਲੜਿਆ ਤੇ ਕਈ ਹੋਰ ਚਰਚਿਤ ਵਿਅਕਤੀਆਂ ਦੇ ਕੇਸ ਲੜੇ ਨੇ, ਜਿਹਦੇ ਕਰਕੇ ਵਕੀਲ ਭਾਈਚਾਰੇ 'ਚ ਵੀ ਉਹਨਾਂ ਤੇ ਸਵਾਲ ਉੱਠਦਾ ਹੈ ਕਿ ਜਿਹੜੇ ਆਹੀ ਤਾਂ ਕੇਸ ਨੇ ਬੇਅਦਬੀਆਂ ਵਾਲੇ ਤੇ ਦੂਜੇ, ਜਿਨ੍ਹਾਂ ਦੇ ਵਿੱਚ ਪਹਿਲਾਂ ਉਹ ਦੂਜੇ ਪਾਸਿਓਂ ਲੜੇ ਨੇ, ਕੀ ਉਹ ਹੁਣ ਐਡਵੋਕੇਟ ਜਨਰਲ ਦੇ ਤੌਰ ਤੇ ਇਸ ਪਾਸੇ ਵੱਲ ਤੋਂ ਲੜ ਸਕਦੇ ਹੈ? ਪਰ ਇਹ ਸਿਆਸਤਦਾਨ ਨੇ। ਇੱਥੇ SYL ਦੇ ਮਾਮਲੇ ਦੇ ਵਿੱਚ ਉਸ ਵੇਲੇ ਦੀ ਸਰਕਾਰ ਨੇ ਜਿਹੜਾ ਹਰਿਆਣੇ ਦਾ ਐਡਵੋਕੇਟ ਜਨਰਲ ਰਿਹਾ, ਉਹਨੂੰ ਲਿਆ ਕੇ ਇੱਥੇ ਆਪ ਦਾ ਵਕੀਲ ਕਰ ਲਿਆ ਸੁਪਰੀਮ ਕੋਰਟ ਦੇ ਵਿੱਚ। ਕਈ ਹੋਰ ਸਵਾਲ ਉੱਠਦੇ ਆ ਜੀ, ਹਾਈ ਕੋਰਟ ਦੇ ਵਿੱਚੋਂ ਕਿਹੜਾ ਹਰਿਆਣੇ ਦਾ ਐਡੀਸ਼ਨਲ ਐਡਵੋਕੇਟ ਜੱਜ ਬਣ ਗਏ, ਜਦੋਂ ਇਹ ਸਿੱਟ ਵਾਲੀ ਉੱਥੇ ਜਾ ਕੇ ਰੱਦ ਕਰ ਦਿੱਤੀ ਗਈ, ਲੋਕ ਉਸ ਫੈਸਲੇ ਤੇ ਵੀ ਸਵਾਲ ਉਠਾਉਂਦੇ ਨੇ ਕਿ ਉਹ ਫੈਸਲਾ ਵੀ ਜਿਹੜਾ ਸੀਗਾ ਉਹ ਸਵਾਲਾਂ ਦੇ ਘੇਰੇ 'ਚ ਹੈ, ਇਨਵਰਟਡ ਕੌਮਾਂ ਦੇ ਵਿੱਚ ਹੈ। ਤੇ ਜਦੋਂ ਮਾਨਯੋਗ ਜੱਜ ਸਾਹਿਬ ਕਹਿੰਦੇ ਆ ਕਿ ਤੁਸੀਂ ਟਿੱਪਣੀਆਂ ਕਰਦੇ ਹੋ ਕਈ, ਪਰ ਕਈ ਕੇਸ ਇਹੋ ਜਿਹੇ ਹੁੰਦੇ ਆ ਜਿਹੜੇ ਟਿੱਪਣੀ ਯੋਗ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਮਤਲਬ ਮਾਨਯੋਗ ਜੱਜ ਸਾਹਿਬ ਨੂੰ ਉਹ ਦੇਖਣਾ ਚਾਹੀਦਾ। ਆ ਤਾਜ਼ਾ ਸਥਿਤੀ ਦੇ ਵਿੱਚ ਹੈ ਕਿ ਦਿੱਲੀ ਦੀ ਇੱਕ ਜੱਜ ਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ, ਜਿਹੜਾ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ। ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਸਵਾਲ ਆਉਂਦੇ ਹੈ। ਅਸੀਂ ਫੇਰ ਕਹਿੰਦੇ ਹਾਂ ਕਿ ਮਾਨਯੋਗ ਅਦਾਲਤਾਂ ਦੇ ਸਿਰ ਤੇ ਫੇਰ ਲੋਕ ਖੜੇ ਨੇ ਕਿ ਅਦਾਲਤਾਂ ਵਿੱਚ ਫੇਰ ਵੀ ਇਨਸਾਫ ਹੁੰਦਾ। ਅਜੇ ਕੱਲ੍ਹ ਹੀ ਕਹਿ ਕੇ ਹਟੇ ਨੇ ਸਾਡੇ ਮੁੱਖ ਜੱਜ ਸਾਹਿਬ ਕਿ ਬਹੁਤ ਘੱਟ ਗਿਣਤੀ ਦੇ ਲੋਕ ਅਦਾਲਤਾਂ ਤੱਕ ਪਹੁੰਚਦੇ ਨੇ, ਬਹੁਤ ਸਾਰੇ ਲੋਕ ਤਾਂ ਦਬੇ ਕੁਚਲੇ ਹੀ ਰਹਿ ਜਾਂਦੇ ਨੇ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਅਕਸ ਨੂੰ ਸੁਧਾਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਨਵਾਂ ਫੈਸਲਾ ਲੈਂਦਾ, ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹ ਬਦਲਿਆ ਜਾਂਦਾ ਜਾਂ ਫਿਰ ਨਹੀਂ। ਤੇ ਉੱਧਰ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਅਗਲੀ ਰਣਨੀਤੀ ਆ ਉਹ ਕੀ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।